ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਓ ਸਾਰੀਆਂ ਸੰਗਤਾਂ ਆਪਣੇ ਜ਼ਿਹਨ ਵਿੱਚ, ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਉਹ ਦ੍ਰਿਸ਼ ਬਣਾਈਏ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਨਮੁਖ
ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਬੈਠੇ ਨੇ। ਕਿਉਂਕਿ ਗੁਰਮੁਖਾਂ ਵੱਲੋਂ ਜੋ ਦਾਸ ਨੂੰ ਆਗਿਆ ਹੋਈ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀਆਂ ਕੁਝ ਝਲਕਾਂ ਨੂੰ ਆਪਾਂ ਮੰਨਣਾ ਹੈ। ਆਓ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਗੁਰੂ ਦੇ ਸ਼ਬਦ ਰਾਹੀਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹ ਮਹਾਨ ਪਵਿੱਤਰ ਆਤਮਾ ਪਰਮੇਸ਼ਰ ਸਰੂਪ ਦੇ ਦਰਸ਼ਨ ਕਰੀਏ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨਾਲ ਨਾਲ ਜਦੋਂ ਤੁਸੀਂ ਸ਼ਬਦ ਪੜ੍ਹੋਗੇ ਨਾਲ ਨਾਲ ਹਿਰਦੇ ਵਿੱਚ ਮਹਿਸੂਸ ਕਰੋਗੇ ਸਾਡੇ ਹਿਰਦੇ ਵਿੱਚੋਂ ਕਿਤੇ ਇਹ ਅਰਦਾਸ ਦੀ ਭਾਵਨਾ ਬਣ ਜਾਏ, ਸੱਚੇ ਪਾਤਸ਼ਾਹ ਸਾਡਾ ਵੀ ਤੇਰੇ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਬਣੇ, ਇਸ ਤਰ੍ਹਾਂ ਦਾ ਸੰਬੰਧ ਜੁੜੇ ਤੇਰੇ ਚਰਨਾਂ ਨਾਲ। ਆਓ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਸਾਰੀਆਂ ਸੰਗਤਾਂ ਚੌਂਕੜੇ ਲਾਓ, ਸਾਰੇ ਜਪੀਏ ਮਿਲ ਕੇ ਜੀ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਮੇਰੇ ਪਿਆਰੇ, ਮੇਰੇ ਪਿਆਰੇ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਤੇਰੀ ਕੁਦਰਤ ਕਉ ਬਲ ਜਾਈ ਜੀਓ, ਤੇਰੀ ਕੁਦਰਤ ਕੋ ਬਲ ਜਾਈ ਜੀਓ, ਤੇਰੀ ਕੁਦਰਤ ਕਉ ਬਲ ਜਾਈ ਜੀਓ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ।
ਕਹਿਆ ਕਰਨਾ ਦਿੱਤਾ ਲੈਣਾ, ਕਹਿਆ ਕਰਨਾ ਦਿੱਤਾ ਲੈਣਾ, ਕਹਿਆ ਕਰਨਾ ਦਿੱਤਾ ਲੈਣਾ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਸਭ ਕਿਛ ਤੂੰ ਹੈ ਮੇਰੇ ਪਿਆਰੇ, ਸਭ ਕਿਛ ਤੂੰ ਹੈ ਮੇਰੇ ਪਿਆਰੇ, ਕੁਦਰਤ ਕੋ ਵੱਲ ਜਾਈ ਜਿਉ, ਤੇਰੀ ਕੁਦਰਤ ਕੋ ਵੱਲ ਜਾਈ ਜਿਉ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ ਮੇਰੇ ਪਿਆਰੇ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ ਮੇਰੇ ਪਿਆਰੇ। ਭਾਣੇ ਉਜੜ ਭਾਣੇ ਰਾਹ, ਭਾਣੇ ਉਜੜ ਭਾਣੇ ਰਾਹ, ਭਾਣੇ ਹਰ ਗੁਣ ਗੁਰਮੁਖ ਗਾਵਾ, 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 ਭਾਣੇ ਪਰਮ ਪਵੈ ਬਹੁ ਜੋਨੀ, ਭਾਣੇ ਪਰਮ ਭਵੈ ਬਹੁ ਜੋਨੀ, ਸਭ ਕਿਛ ਤਿਸੈ ਰਜਾਈ ਜੀਉ, ਸਭ ਕਿਛ ਤਿਸੈ ਰਜਾਈ ਜੀਉ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ ਮੇਰੇ ਪਿਆਰੇ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ ਮੇਰੇ ਪਿਆਰੇ। ਨਾ ਕੋ ਮੂਰਖ ਨਾ ਕੋ ਸਿਆਣਾ, 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 ਵਰਤੈ ਸਭ ਕਿਛ ਤੇਰਾ ਪਾਣਾ, ਵਰਤੈ ਸਭ ਕਿਛ ਤੇਰਾ ਪਾਣਾ, ਵਰਤੈ ਸਭ ਕਿਛ ਤੇਰਾ ਪਾਣਾ, ਵਰਤੈ ਸਭ ਕਿਛ
ਅਗੋਚਰ ਬੇਅੰਤ ਅਥਾਹ, ਧਰਮ ਅਗੋਚਰ ਬੇਅੰਤ ਅਥਾਹ। ਤੇਰੀ ਕੀਮਤ ਕਹਿਣ ਨਾ ਜਾਈ ਜੀਓ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਠਾਕ ਸੰਤਨ ਕੀ ਦੇਹੋ ਪਿਆਰੇ, ਆਜ ਸੰਤਨ ਕੀ ਦੇਹੋ ਪਿਆਰੇ। ਠਾਕ ਸੰਤਨ ਕੀ ਦੇਹੋ ਪਿਆਰੇ, ਠਾਕ ਸੰਤਨ ਕੀ ਦੇਹੋ ਪਿਆਰੇ। ਆਏ ਪਿਆਰ ਤੇਰੇ ਦਵਾਰ, ਆਏ ਪਿਆਰ ਤੇਰੇ ਦਵਾਰ, ਆਏ ਪਿਆਰ ਤੇਰੇ ਦੁਆਰ। ਆਏ ਪਿਆਰ ਤੇਰੇ ਦਵਾਰ। ਦਰਸ਼ਨ ਪੇਖਤ ਮਨ ਆਗਾਵੇ, ਦਰਸ਼ਨ ਪੇਖਤ ਮਨ ਆਗਾਵੇ। ਨਾਨਕ ਮਿਲਨ ਸੁਖਾਈ ਜੀਓ, ਨਾਨਕ ਮਿਲਨ ਸੁਖਾਈ ਜੀਓ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਤੇਰੀ ਕੁਦਰਤ ਕੋ ਬਲ ਜਾਈ ਜੀਓ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਤੇਰੀ ਕੁਦਰਤ ਕਉ ਬਲ ਜਾਈ ਜੀਓ। ਤੇਰੀ ਕੁਦਰਤ ਕੋ ਬਲ ਜਾਈ ਜੀਓ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਵਾਹਿਗੁਰੂ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਬਰ ਛਤਰ ਦੇ ਮਾਲਿਕ, ਦੀਨ ਦੁਨੀ ਦੇ ਸਾਹਿਬ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਦਾ ਸੁਹਾਵੀ ਨਿਰਮਲ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਧਰੀਏ, ਕਿਉਂਕਿ ਜਿਸ ਪਾਵਨ ਅਸਥਾਨ ਦੇ ਉੱਤੇ ਆਪ ਜੀ ਬਿਰਾਜਮਾਨ ਹੋ, ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਸਭਨਾਂ ਨੂੰ
ਇਹੀ ਸਿਖਾਇਆ ਕਿ ਗੁਰੂ ਦੇ ਚਰਨਾਂ ਤੇ ਸੀਸ ਕਿਵੇਂ ਧਰਨਾ ਹੈ। ਗੁਰੂ ਦੇ ਚਰਨਾਂ ਦੇ ਉੱਤੇ ਮੱਥਾ ਕਿਵੇਂ ਟੇਕਣਾ ਹੈ। ਆਓ ਸਾਹਿਬ ਜੀ ਦੇ ਪਾਵਨ ਚਰਨਾਂ ਤੇ ਸੀਸ ਟਿਕਾ ਕੇ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਿਲ ਕੇ ਸਾਰੀਆਂ ਸੰਗਤਾਂ ਫਤਿਹ ਦਾ ਸਿਮਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਮਹਾਨ ਕਿਰਪਾ ਦਾ ਸਦਕਾ ਹਰ ਸਾਲ ਦੀ ਤਰ੍ਹਾਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਆਸਟ੍ਰੇਲੀਆ ਦੀ ਸੰਗਤ ਦੇ ਸਹਿਯੋਗ ਦੇ ਨਾਲ ਹੋਰ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਸਾਲਾਨਾ ਗੁਰਮਤਿ ਸਮਾਗਮ ਇਹਨਾਂ ਪਾਵਨ ਸਥਾਨਾਂ ਦੇ ਉੱਤੇ ਉਲੀਕੇ ਜਾਂਦੇ ਹਨ, ਰਾਤਰੀ ਦੇ ਇਹਨਾਂ ਮਹਾਨ ਗੁਰਮਤਿ ਦੀਵਾਨਾਂ ਦੇ ਵਿੱਚ ਆਪ ਜੀ ਹਾਜ਼ਰੀ ਭਰ ਕੇ ਲਾਭ ਪ੍ਰਾਪਤ ਕਰ ਰਹੇ ਹੋ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਬਲਬੀਰ ਸਿੰਘ ਜੀ ਯੂਕੇ ਵਾਲੇ, ਉਹਨਾਂ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਅਨੁਭਵੀ ਬਚਨਾਂ ਦੁਆਰਾ ਆਪ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਦੇ ਚਰਨਾਂ ਦੇ ਨਾਲ ਜੋੜਨ ਦੀ ਮਹਾਨ ਸੇਵਾ ਨਿਭਾਈ। ਆਓ ਲਗਭਗ 1 ਘੰਟੇ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਟੁੱਟ ਕੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਕੇ ਨਿਵਾਜਿਆ। ਸਮੇਂ ਤੋਂ ਪੂਰਾ ਲਾਹਾ ਲਈਏ, ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਕੁਝ ਵਿਚਾਰਾਂ ਦੀ ਸਾਂਝ ਪਾਈਏ। ਵਿਚਾਰ ਦੀ ਰਮਤਾ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਕੀ ਗੋਦ ਵਿੱਚ ਬੈਠੇ ਹੋ, ਕੋਈ ਰਸਨਾ ਵਾਂਝੀ ਨਾ ਰਹੇ। ਇੱਕ ਵਾਰੀ ਸਾਰੇ ਮਿਲ ਕੇ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਸਾਰੇ ਜਪੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਜ਼ਿੰਦਗੀ ਦੀ ਯਾਤਰਾ ਕਰਦਿਆਂ ਹੋਇਆਂ ਕਿਸੇ ਮਹਾਨ ਹਸਤੀ ਨੂੰ ਜਦੋਂ ਆਪਾਂ ਮਿਲਣ ਵਾਸਤੇ ਜਾਂਦੇ ਹਾਂ, ਸਾਡੇ ਜ਼ਿਹਨ ਵਿੱਚ, ਸਾਡੇ ਧਿਆਨ ਦੇ ਵਿੱਚ 3-4 ਚੀਜ਼ਾਂ ਬਹੁਤ ਲਾਜ਼ਮੀ ਬਣ ਜਾਂਦੀਆਂ। ਬੜੇ ਧਿਆਨ ਨਾਲ ਸੁਣਿਆ ਜੇ। ਸਭ ਤੋਂ ਪਹਿਲਾਂ ਆਪਾਂ ਜਿਹਨੂੰ ਮਿਲਣ ਵਾਸਤੇ ਜਾਣਾ ਹੈ, ਉਹਦੇ ਮਿਲਣ ਦਾ ਢੰਗ ਕੀ ਹੈ? ਆਪਾਂ ਕਿਵੇਂ ਦੇ ਬਣ ਕੇ ਜਾਣਾ ਹੈ, ਕਿਹੜੇ ਢੰਗ ਨਾਲ ਜਾਣਾ ਹੈ, ਕਿਹੜੀ ਜੁਗਤ ਨਾਲ ਜਾਣਾ ਹੈ, ਕਿਹੜੀ ਚਾਲ ਚੱਲ ਕੇ ਜਾਣਾ ਹੈ, ਤਾਂ ਕਿ ਜਿਹਨੂੰ ਆਪਾਂ ਮਿਲਣ ਚੱਲੇ ਆ ਉਹਦੇ ਨਾਲ ਸਾਡੀ ਮੁਲਾਕਾਤ ਹੋ ਜਾਏ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਸੰਗਤ ਨੂੰ ਬੇਨਤੀ ਹੈ, ਸਾਰੇ ਬੋਲਿਆ ਕਰੋ। ਅੱਜ ਬੋਲਣ ਦਾ ਵੇਲਾ ਹੈ। ਅੱਜ ਜਪਣ ਵਾਸਤੇ ਆਪਾਂ ਇੱਥੇ ਬੈਠੇ ਆ। ਅੱਜ ਨਾਮ ਦੀ ਵਡਿਆਈ ਕਰਨ ਵਾਸਤੇ ਆਪਾਂ ਜੁੜੇ ਆ। ਭਿੰਨੀ ਰੈਣੜੀਏ ਚਾਮਕਣ ਤਾਰੇ, ਜਗ ਹੈ ਸੰਤ ਜਨਾ ਮੇਰੇ RAM ਪਿਆਰੇ। RAM ਪਿਆਰੇ ਸਦਾ ਜਗ ਹੈ, ਨਾਮ ਸਿਮਰਹਿ ਅਨ ਦਿਨੋ। ਇਹ ਕੁਝ ਕਰਨ ਵਾਸਤੇ ਆਪਾਂ ਜੁੜੇ ਆ। ਇਸ ਕਰਕੇ ਨਾਮ ਜਪਣ ਵਿੱਚ ਕਦੇ ਢਿੱਲ ਨਹੀਂ ਕਰਨੀ। ਸਾਰੀਆਂ ਸੰਗਤਾਂ ਹਾਜ਼ਰੀ ਲਵਾਇਆ ਕਰੋ। ਦਾਸ ਬੇਨਤੀ ਕਰ ਰਿਹਾ ਸੀ, ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਨੂੰ ਮਿਲਣ ਵਾਸਤੇ ਜਾਣਾ ਹੈ, ਇਹ ਸਾਡਾ ਜਾਣ ਦਾ ਤਰੀਕਾ, ਜਾਣ ਦਾ ਢੰਗ ਸਹੀ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ
ਜਿਹਨੂੰ ਆਪਾਂ ਮਿਲਣ ਵਾਸਤੇ ਗਏ ਆ ਉਹਦੇ ਕੋਲ ਜਿਹੜਾ ਆਪਾਂ ਟਾਈਮ ਸਪੈਂਡ ਕਰਨਾ ਹੈ, ਬੈਠਣਾ ਹੈ, ਉਹ ਬੈਠਣੀ ਸਾਡੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਆਪਾਂ ਉੱਥੇ ਜਾ ਕੇ ਬੈਠਣਾ ਕਿਸ ਪ੍ਰਕਾਰ ਹੈ। ਧਿਆਨ ਦੇਣਾ ਗੁਰਮੁਖੋ। ਤੀਜੀ ਜਿਹੜੀ ਅਵਸਥਾ ਹੈ ਨਾ, ਉਹ ਵਿਰਲਿਆਂ ਦੇ ਹਿੱਸੇ ਆਉਂਦੀ ਹੈ। ਉਹ ਅਵਸਥਾ ਹੈ ਕਿ ਜਿਹਦੇ ਕੋਲ ਚੱਲੇ ਹੋ ਉਹਦੇ ਕੋਲ ਜਾ ਕੇ ਰਹਿਣਾ ਕਿਵੇਂ ਹੈ। ਕਈ ਤੇ ਸਿਰਫ ਆਉਣ ਤੱਕ ਸੀਮਤ ਨੇ ਨਾ, ਆਉਂਦੇ ਨੇ ਆ ਕੇ ਮੁੜ ਜਾਂਦੇ ਨੇ। ਕੋਈ ਹੈ ਜਿਹੜਾ ਮਨ ਕਰਕੇ ਉੱਥੇ ਬੈਠਦਾ ਹੈ, ਧਿਆਨ ਕਰਕੇ ਬੈਠਦਾ ਹੈ। ਤੇ ਤੀਸਰੀ ਅਵਸਥਾ ਵਾਲੇ ਹੋਰ ਘਟ ਜਾਂਦੇ ਨੇ ਜਿਹੜੇ ਉੱਥੇ ਰਹਿਣਾ ਚਾਹੁੰਦੇ ਨੇ। ਤੇ ਚੌਥੀ ਇੱਕ ਸਭ ਤੋਂ ਵੱਡੀ ਜਿਹੜੀ ਅਵਸਥਾ ਹੈ, ਉਹ ਅਵਸਥਾ ਹੈ ਕਿ ਜਿਹਦੇ ਕੋਲ ਆਪਾਂ ਰਹਿੰਦੇ ਹਾਂ ਉਹਦੇ ਕੋਲ ਰਹਿ ਕੇ ਬਣਨਾ ਕੀ ਹੈ, ਆਪਾਂ ਹੋਣਾ ਕੀ ਹੈ। ਧਿਆਨ ਦੇਣਾ। ਅੱਜ ਦੇ ਸਮਾਗਮ ਦੇ ਇਸ ਸਮੇਂ ਦੇ ਵਿੱਚ ਆਪਾਂ ਇਸ ਵਿਸ਼ੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਦਰਸ਼ਨ ਕਰਕੇ ਸਮਝਣ ਦਾ ਯਤਨ ਕਰਾਂਗੇ। ਗੱਲ ਕਰਦੇ ਹਾਂ ਆਪਾਂ ਸਤਿਗੁਰੂ ਦੇ ਕੋਲ ਜਾਣ ਦੀ। ਗੁਰੂ ਕੇ ਸਿੱਖਾ, ਜਦੋਂ ਤੂੰ ਆਪਣੇ ਪਿਆਰੇ ਦੇ ਕੋਲ ਜਾਵੇਂ, ਜਦੋਂ ਤੂੰ ਸਤਿਗੁਰੂ ਦੇ ਕੋਲ ਜਾਵੇਂ, ਤੇਰੇ ਮਨ ਦੀ, ਤੇਰੇ ਅੰਦਰ ਦੀ ਅਵਸਥਾ ਕੀ ਹੋਣੀ ਚਾਹੀਦੀ ਹੈ। ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਨੇ। ਆਵਤ ਹੈ ਜਾਂ ਕੈ ਭੀਖ ਮੰਗਨ ਭਿਖਾਰੀ ਦੀਨ, ਦੇਖਤ ਅਧੀਨ ਹੈ ਨਰਾਸੋ ਨਾ ਬਿਡਾਰ ਹੈ। ਭਾਈ ਸਾਹਿਬ ਜੀ ਕਹਿੰਦੇ, ਜਦੋਂ ਤੂੰ ਆਪਣੇ ਪਿਆਰੇ ਦੇ ਕੋਲ ਜਾਣਾ ਹੈ ਤੇ ਇੱਕ ਭਿਖਾਰੀ ਤੋਂ ਸਿੱਖ, ਇੱਕ ਮੰਗਤੇ ਤੋਂ ਸਿੱਖ, ਉਹ ਭੀਖ ਮੰਗਣ ਵਾਸਤੇ ਕਿਹੜੇ ਵੇਸ ਵਿੱਚ ਜਾਂਦਾ ਹੈ। ਬੋਲੋ ਵਾਹਿਗੁਰੂ ਵਾਹਿਗੁਰੂ। ਤੇ ਕੇਵਲ ਭਾਈ ਗੁਰਦਾਸ ਜੀ ਹੀ ਨਹੀਂ, ਜਦੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਪਿਆਰ ਨਾਲ ਪੜਾਂਗੇ, ਜਿਸ ਤਰ੍ਹਾਂ ਸਤਿਕਾਰਯੋਗ ਗਿਆਨੀ ਜੀ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰ ਰਹੇ ਸਨ, ਗੁਰਮੁਖੋ, ਗੁਰੂ ਨੂੰ ਤਰਕ ਦੀ ਅੱਖ ਨਾਲ ਜਾਂ ਕੇਵਲ ਜਾਣਕਾਰੀ ਦੀ ਅੱਖ ਨਾਲ ਨਾ ਦੇਖੋ। ਸਤਿਗੁਰੂ ਦੇ ਦਰਸ਼ਨ ਉਹਨਾਂ ਨੂੰ ਹੋਣਗੇ ਜਿਨ੍ਹਾਂ ਦੇ ਕੋਲ ਪਿਆਰ ਦੀ ਅੱਖ ਹੋਏਗੀ, ਭਾਵਨਾ ਦੀ ਅੱਖ ਹੋਏਗੀ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਭਾਵਨਾ ਦੀ ਅੱਖ ਨਾਲ, ਪ੍ਰੇਮ ਦੀ ਅੱਖ ਨਾਲ ਦੇਖਾਂਗੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਜਦੋਂ ਆਪਣੇ ਪਿਆਰੇ ਦੇ ਦਰਵਾਜ਼ੇ ਤੇ ਖੜੇ ਹੋਏ ਸਾਨੂੰ ਦਿਖਾਈ ਦਿੰਦੇ ਨੇ, ਤੇ ਦੇਖੋ ਉਹਨਾਂ ਦੇ ਅੰਦਰ ਦਾ ਲਿਬਾਸ ਕੀ ਹੈ, ਉਹਨਾਂ ਦੇ ਅੰਦਰ ਦੀ ਅਵਸਥਾ ਕੀ ਹੈ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ, ਮਿਲ ਕੇ ਪੜ੍ਹਿਓ ਸਾਰੇ। ਆਪਾਂ ਸਾਰੇ ਬਚਨ ਪੜ੍ਹਦੇ ਹਾਂ, ਸੁਣਦੇ ਹਾਂ ਬਹੁਤ ਵਾਰੀ, ਸਾਰੇ ਜਪਿਓ ਜੀ। ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ ਜੀ। ਹਮ ਭੀਖਕ ਭਿਖਾਰੀ ਤੇਰੇ, ਸਾਰੇ ਜਪੋ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, 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 ਤੂੰ ਨਿਜ ਪਤ ਹੈ ਦਾਤਾ।
ਤੂੰ ਨਿਜ ਪਤ ਹੈ ਦਾਤਾ, 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 ਤੂੰ ਨਿਜ ਪਤ ਹੈ ਦਾਤਾ। ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ ਜੀ, ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਸਵੈ ਪੜਚੋਲ ਕਰਿਓ ਗੁਰਮੁਖੋ, ਆਪਣੇ ਮਨ ਨੂੰ ਪੁੱਛਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਜਾਂਦਿਆਂ ਨੂੰ ਕਿੰਨੇ ਕੁ ਸਾਲ ਹੋ ਗਏ। ਕਦੇ ਮੰਗਤੇ ਬਣ ਕੇ ਗਏ ਆ, ਕਦੇ ਭਿਖਾਰੀ ਬਣ ਕੇ ਗਏ ਆ, ਕਦੇ ਜਾਚਕ ਬਣ ਕੇ ਗਿਆ ਹੈ ਗੁਰੂ ਦੇ ਕੋਲ। ਗੁਰਮੁਖਾ, ਜਿਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਚਕ ਬਣ ਕੇ ਜਾਏਗਾ, ਲੋੜਵੰਦ ਬਣ ਕੇ ਜਾਏਗਾ, ਮੰਗਤਾ ਬਣ ਕੇ ਜਾਏਗਾ, ਭਿਖਾਰੀ ਬਣ ਕੇ ਜਾਏਗਾ, ਉਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਮਨ ਦੀ ਨਿਮਰਤਾ, ਤੇਰੇ ਅੰਦਰ ਦੀ ਗਰੀਬੀ, ਅਧੀਨਗੀ ਨੂੰ ਦੇਖ ਕੇ ਤੇਰੀ ਝੋਲੀ ਭਰ ਦੇਣਗੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਦੇਖਤ ਅਧੀਨ ਹੈ ਨਰਾਸੋ ਨਾ ਬਿਡਾਰ ਹੈ। ਹੁਣ ਅਗਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਗੁਰਮਤਿ ਦਾ ਉਹ ਮਹਾਨ ਸਿਧਾਂਤ ਸਾਡੇ ਸਾਹਮਣੇ ਰੱਖ ਦਿੱਤਾ ਕਿ ਗੁਰੂ ਕੋਲ ਬੈਠਣਾ ਕਿਵੇਂ। ਭਾਈ ਸਾਹਿਬ ਜੀ ਕਹਿੰਦੇ, ਬੈਠਤ ਹੈ ਜਾਂ ਕੈ ਦਵਾਰ, ਆਸਾ ਕੋ ਬਿਡਾਰ ਸਵਾਨ, ਅੰਤ ਕਰਨਾ ਕੇ ਤੋਰ, ਟੂਕ ਤਾਹੀ ਡਾਰ ਹੈ। ਗੁਰੂ ਦੇ ਪਿਆਰਿਆ ਤੋਂ ਗੁਰੂ ਕੋਲ ਬੈਠਣਾ ਹੈ, ਤੇ ਗੁਰੂ ਕੋਲ ਬੈਠਣਾ ਕੁੱਤੇ ਕੋਲੋਂ ਸਿੱਖ। ਕੁੱਤਾ ਜਿਵੇਂ ਆਪਣੇ ਮਾਲਕ ਦੇ ਦਰ ਤੇ ਬੈਠਦਾ ਹੈ, ਸਾਰੇ ਆਸਰੇ ਤਿਆਗ ਕੇ ਗੁਰੂ ਦੇ ਕੋਲ ਬੈਠ ਜਾਂਦਾ ਹੈ, ਤੇ ਮਾਲਕ ਕੀ ਕਰਦਾ? ਆਪਣੇ ਸਾਹਮਣੇ ਬੈਠੇ ਕੁੱਕਰ ਦੇ ਉੱਤੇ, ਕੁੱਤੇ ਦੇ ਉੱਤੇ ਪ੍ਰਸੰਨ ਹੋ ਕੇ ਆਪਣੇ ਹਿੱਸੇ ਦੀ ਕੁਝ ਬੁਰਕੀ ਤੋੜ ਕੇ ਉਹਦੇ ਮੁਖ ਵਿੱਚ ਪਾ ਦਿੰਦਾ, ਉਹਦੀ ਭੁੱਖ ਨੂੰ ਮਿਟਾ ਦਿੰਦਾ ਹੈ। ਗੁਰੂ ਦੇ ਕੋਲ ਬੈਠਣਾ, ਕੁੱਕਰ ਤੋਂ ਸਿੱਖ ਗੁਰੂ ਕੋਲ ਬੈਠਣਾ ਕਿਵੇਂ? ਕਰਤਾਰਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਵਿੱਚ ਬਾਬਾ ਲੈਣਾ ਜੀ ਬੈਠੇ ਨੇ। ਕੇਵਲ ਤਨ ਕਰਕੇ ਨਹੀਂ ਗੁਰਮੁਖੋ, ਮਨ ਕਰਕੇ ਬੈਠੇ ਨੇ। ਮਨ ਕਰਕੇ ਬੈਠਣਾ ਕੀ ਹੈ? ਮਨ ਦੇ ਵਿੱਚ ਕੋਈ ਫੁਰਨਾ ਨਾ ਉੱਠਣਾ, ਮਨ ਵਿੱਚ ਕੋਈ ਦੂਸਰਾ ਖਿਆਲ ਨਾ ਆਉਣਾ, ਮਨ ਦੀਆਂ ਉਡਾਰੀਆਂ ਦਾ ਰੁਕ ਜਾਣਾ, ਮਨ ਦਾ ਥੰਮ ਜਾਣਾ, ਮਨ ਦਾ ਪੂਰਨ ਟਿਕਾਓ ਵਿੱਚ ਆ ਜਾਣਾ। ਬਾਬਾ ਲਹਿਣਾ ਜੀ ਇਸ ਅਵਸਥਾ ਵਿੱਚ ਟਿਕ ਕੇ ਬੈਠੇ ਨੇ। ਸਭ ਕੁਝ ਉਹਨਾਂ ਨੂੰ ਭੁੱਲਿਆ ਹੋਇਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਲਹਿਣਾ ਜੀ ਵੱਲ ਦੇਖਿਆ ਹੈ, ਅੰਮ੍ਰਿਤ ਦ੍ਰਿਸ਼ਟੀ ਪਾਈ ਹੈ। ਉਹ ਅੰਮ੍ਰਿਤ ਦ੍ਰਿਸ਼ਟੀ ਜਿਹੜੀ ਅੰਮ੍ਰਿਤ ਦ੍ਰਿਸ਼ਟੀ ਦੇ ਵਿੱਚ ਮਹਾ ਸੁਖ ਲੁਕਿਆ ਹੋਇਆ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ।
ਉਹ ਅੰਮ੍ਰਿਤ ਦ੍ਰਿਸ਼ਟੀ ਜਿਹਦੀ ਬਾਬਤ ਆਪਾਂ ਬੇਅੰਤ ਵਾਰੀ ਪੜ੍ਹਦੇ ਹਾਂ। ਅਮਿਓ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੂਬੈ, ਗੁਰ ਨਾਮ ਨਿਧ ਦਰਿਆਓ ਜਨਮ ਹਮ ਕਾਲਖ ਧੂਵੈ, ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਉਹ ਅੰਮ੍ਰਿਤ ਦ੍ਰਿਸ਼ਟੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਈ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਲਹਿਣਾ ਜੀ ਨੂੰ ਆਵਾਜ਼ ਦੇ ਕੇ ਆਪਣੇ ਕੋਲ ਬੁਲਾਇਆ ਤੇ ਕੋਲ ਬੁਲਾ ਕੇ ਬੜੇ ਪਿਆਰ ਦੇ ਨਾਲ ਕਹਿਣ ਲੱਗੇ, ਲਹਿਣਿਆ ਬੜਾ ਸਮਾਂ ਹੋ ਗਿਆ ਭਾਈ, ਤੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਨਹੀਂ ਗਿਆ। ਧਿਆਨ ਦੇਣਾ ਗੁਰਮੁਖੋ, ਆਪਾਂ ਉਸ ਰਿਸ਼ਤੇ ਦੇ ਦਰਸ਼ਨ ਕਰਨੇ ਆ ਜਿਹੜਾ ਰਿਸ਼ਤਾ ਬਾਬਾ ਲਹਿਣਾ ਜੀ ਦਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ। ਉਹ ਰਿਸ਼ਤਾ ਕੀ ਹੈ? ਉਹ ਸੰਬੰਧ ਕਿਸ ਤਰ੍ਹਾਂ ਦਾ ਹੈ? ਉਹ ਸੰਬੰਧ ਦੀ ਰੰਗਤ ਕੀ ਹੈ? ਉਹਦੇ ਵਿੱਚ ਪਿਆਰ ਕਿਤਨਾ ਕੁ ਹੈ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਲਹਿਣਿਆ ਤੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਨਹੀਂ ਗਿਆ, ਬਹੁਤ ਦੇਰ ਹੋ ਗਈ। ਬਾਬਾ ਲਹਿਣਾ ਜੀ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਖੜੇ ਨੇ। ਧਿਆਨ ਦੇਣਾ ਗੁਰਮੁਖੋ, ਤੇ ਖੜੇ ਇਸ ਤਰ੍ਹਾਂ ਨੇ, ਉਹਨਾਂ ਦੇ ਹਿਰਦੇ ਦੀ ਭਾਵਨਾ ਨੂੰ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚੋਂ ਮਹਿਸੂਸ ਕਰਨਾ ਹੈ। ਮੇਰੇ ਮਾਲਕਾ, ਮੇਰੀ ਮਾਂ ਤੂੰ, ਮੇਰਾ ਪਿਤਾ ਤੂੰ, ਮੇਰਾ ਪਰਿਵਾਰ ਵੀ ਤੂੰ ਹੀ ਹੈ। ਤੇਰੇ ਤੋਂ ਬਿਨਾ ਮੇਰਾ ਪਰਿਵਾਰ, ਮੇਰੇ ਮਾਪੇ ਕੌਣ ਹੋ ਸਕਦੇ ਨੇ? ਧਿਆਨ ਦੇਣਾ ਗੁਰਮੁਖੋ, ਹੁਣੇ ਆਪਾਂ ਸਾਰਿਆਂ ਨੇ ਹੱਥ ਜੋੜ ਕੇ ਆਪਣੇ ਸਤਿਗੁਰੂ ਦੇ ਸਾਹਮਣੇ ਖਲੋ ਕੇ ਉਸ ਰਿਸ਼ਤੇ ਦਾ ਇਜ਼ਹਾਰ ਕਰਨਾ ਹੈ। ਉਸ ਰਿਸ਼ਤੇ ਨੂੰ ਆਪਾਂ ਪ੍ਰਗਟ ਕਰਨਾ ਹੈ ਸਤਿਗੁਰੂ ਦੀ ਬਾਣੀ ਰਾਹੀਂ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਪਾਵਨ ਬਚਨਾਂ ਨੂੰ ਬੜੀ ਵਾਰੀ ਪੜ੍ਹਦੇ ਹਾਂ, ਪਰ ਕਦੇ ਗੁਰੂ ਕਿਰਪਾ ਕਰ ਦੇਵੇ ਸਾਡਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਅੰਦਰੋਂ ਇਹ ਰਿਸ਼ਤਾ ਜੁੜ ਜਾਏ। ਸਾਰੇ ਇੱਕ ਵਾਰੀ ਪੜ੍ਹਿਓ ਪਿਆਰ ਦੇ ਨਾਲ। ਹਰ ਜੀ ਮਾਤਾ, ਹਰ ਜੀ ਪਿਤਾ, 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 ਹਰ ਜੀਓ ਪ੍ਰਤਪਾਲਕ, ਹਰ ਜੀਓ ਪ੍ਰਤਪਾਲਕ, ਹਰ ਜੀਓ ਪ੍ਰਤਪਾਲਕ, ਹਰ ਜੀਓ ਪ੍ਰਤਪਾਲਕ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ
ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਇਹ ਰਿਸ਼ਤਾ ਜੋੜਿਆ ਪਿਆਰੇ ਨਾਲ। ਕਦੇ ਅੰਦਰੋਂ ਇਸ ਰਿਸ਼ਤੇ ਨੂੰ ਮਾਣਿਆ ਕਿ ਸੱਚੇ ਪਾਤਸ਼ਾਹ ਤੂੰ ਮੇਰੀ ਮਾਂ ਹੈ, ਤੂੰ ਮੇਰਾ ਪਿਤਾ ਹੈ, ਤੂੰ ਹੀ ਮੈਨੂੰ ਪਾਲਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਲੈਣਿਆ ਬੜੇ ਦਿਨ ਹੋ ਗਏ, ਬੜਾ ਸਮਾਂ ਲੰਘ ਗਿਆ, ਤੂੰ ਘਰ ਪਰਿਵਾਰ ਨੂੰ ਮਿਲਣ ਵਾਸਤੇ ਨਹੀਂ ਗਿਆ, ਜਾ ਇੱਕ ਵਾਰੀ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਕੇ ਆ। ਧਿਆਨ ਦੇਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਾਬਾ ਲਹਿਣਾ ਜੀ ਨੇ ਸੀਸ ਧਰਿਆ ਤੇ ਸਿਰ ਧਰ ਕੇ ਜਦੋਂ ਸਿਰ ਨੂੰ ਚੁੱਕਿਆ ਤੇ ਨੈਣਾਂ ਦੇ ਵਿੱਚੋਂ ਪਿਆਰ ਦੇ ਹੰਝੂ ਵਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਇਹ ਹੰਝੂ ਭੇਟ ਚੜਾ ਕੇ ਜਦੋਂ ਬਾਬਾ ਲਹਿਣਾ ਜੀ ਤੁਰਨ ਲੱਗੇ ਤੇ ਮਨ ਦੇ ਵਿੱਚ, ਸੁਭਾਅ ਦੇ ਵਿੱਚ ਇਹ ਅਵਸਥਾ ਬਣੀ ਹੋਈ ਹੈ ਕਿ ਸੱਚੇ ਪਾਤਸ਼ਾਹ ਮੈਂ ਚੱਲਿਆ ਹਾਂ, ਤੂੰ ਮੈਨੂੰ ਭੇਜਿਆ, ਮੈਂ ਜਾ ਰਿਹਾ ਹਾਂ। ਮੇਰੇ RAM ਰਾਏ ਜਿਉਂ ਰਾਖੈ ਤਿਉਂ ਰਹੀਐ, ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਹੱਥ ਜੋੜੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਜਾਣ ਲੱਗਿਆਂ ਬਾਬਾ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਜੀ ਜਾਨ ਨੂੰ ਮਨ ਨਹੀਂ ਕਰਦਾ, ਆਪ ਜੀ ਦਾ ਹੁਕਮ ਮੰਨ ਕੇ ਚੱਲਿਆ, ਪਰ ਕਿਰਪਾ ਕਰਕੇ ਇਹ ਦੱਸ ਦਿਓ ਵਾਪਸ ਕਦੋਂ ਆਵਾਂ, ਕਦੋਂ ਆਵਾਂ ਮੁੜ ਕੇ। ਧਿਆਨ ਦੇਣਾ, ਇੱਕ ਬੇਨਤੀ ਜ਼ਰੂਰ ਸਮਝਿਓ ਗੁਰਮੁਖੋ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਉਣ ਦੀ ਮਰਿਆਦਾ ਨਾ, ਆਉਣ ਦੀ, ਆਪਾਂ ਸਤਿਗੁਰੂ ਦੀ ਦਹਲੀਜ਼ ਦੇ ਉੱਤੇ ਮੱਥਾ ਟੇਕ ਕੇ ਅੰਦਰ ਪ੍ਰਵੇਸ਼ ਕਰਦੇ ਆਂ, ਆ ਕੇ ਨਮਸਕਾਰ ਕਰਦੇ ਆਂ, ਅਰਦਾਸ ਕਰਦੇ ਆਂ, ਪਰਿਕਰਮਾ ਕਰਦੇ ਆਂ। ਪਰ ਬਹੁਤ ਵਾਰੀ ਆਪਾਂ ਦੇਖਦੇ ਆਂ ਜਦੋਂ ਜਾਣਾ ਹੁੰਦਾ, ਆਪਾਂ ਜਿੱਥੇ ਬੈਠੇ ਹੁੰਨੇ ਆਂ ਉੱਥੋਂ ਹੀ ਉੱਠ ਕੇ ਤੁਰ ਪੈਂਦੇ ਆਂ, ਜਾਣ ਲੱਗੇ ਕੋਈ ਵਿਰਲਾ ਨਮਸਕਾਰ ਕਰਦਾ ਹੈ, ਕੋਈ ਵਿਰਲਾ ਮੱਥਾ ਟੇਕ ਕੇ ਜਾਂਦਾ ਹੈ, ਆਗਿਆ ਲੈ ਕੇ ਜਾਂਦਾ ਹੈ। ਆਉਣ ਲੱਗਿਆਂ ਵੀ ਆਗਿਆ ਲੈਣੀ, ਜਾਣ ਲੱਗਿਆਂ ਵੀ ਆਗਿਆ ਲੈਣੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੇ ਸਿੱਖ ਦੇ ਜੀਵਨ ਦੀ ਅਗਵਾਈ ਕੀਤੀ ਹੈ। ਜਦੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਉਣਾ, ਉਦੋਂ ਸਤਿਗੁਰੂ ਦੇ ਦਰਸ਼ਨ ਮੰਗ ਕੇ ਲੈਣੇ, ਮੰਗ ਕੇ। ਕਿੱਥੋਂ ਆਈ ਇਹ ਵਿਚਾਰ? ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਪਵਿੱਤਰ ਬਾਣੀ ਵਿੱਚ ਕਹਿ ਰਹੇ ਨੇ, ਸਾਰੇ ਪੜ੍ਹਿਓ ਪਿਆਰ ਦੇ ਨਾਲ। ਦਰਸ਼ਨ ਮੰਗੋ ਦੇ ਪਿਆਰੇ, ਦੇ ਪਿਆਰੇ, ਦਰਸ਼ਨ ਮੰਗੋ ਦੇ ਪਿਆਰੇ, ਦੇ ਪਿਆਰੇ, ਦਰਸ਼ਨ ਮੰਗੋ ਦੇ ਪਿਆਰੇ, ਦੇ ਪਿਆਰੇ, ਦਰਸ਼ਨ ਮੰਗੋ ਦੇ ਪਿਆਰੇ, ਦੇ ਪਿਆਰੇ। ਸਾਰੇ ਬੋਲੋ, ਦਰਸ਼ਨ ਮੰਗੋ ਦੇ ਪਿਆਰੇ, ਦੇ ਪਿਆਰੇ, 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 ਦਰਸ਼ਨ ਮੰਗੋ 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 ਦੇ ਪਿਆਰੇ, ਦਰਸ਼ਨ
ਦਰਸ਼ਨ ਮੰਗੋ ਦੇ ਪਿਆਰੇ ਦਰਸ਼ਨ ਮੰਗੋ ਦੇ ਪਿਆਰੇ ਦਰਸ਼ਨ ਮੰਗੋ ਦੇ ਪਿਆਰੇ ਦਰਸ਼ਨ ਮੰਗੋ ਦੇ ਪਿਆਰੇ ਦਰਸ਼ਨ ਮੰਗੋ ਦੇ ਪਿਆਰੇ। ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਮੰਗ ਕੇ ਦਰਸ਼ਨ ਲਓ, ਮੰਗ ਕੇ। ਦਰਸ਼ਨ ਮਿਲਦੇ ਹੀ ਉਹਨਾਂ ਨੇ ਜਿਨ੍ਹਾਂ ਨੇ ਦਰਸ਼ਨਾਂ ਦੀ ਮੰਗ ਕੀਤੀ ਹੈ। ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ। ਮੇਰੇ ਮਾਲਕਾ ਮੈਂ ਤੇਰੇ ਦਰਵਾਜ਼ੇ ਤੇ ਖੜਾ, ਤੇਰਾ ਬੂਹਾ ਖੜਕਾ ਰਿਹਾ, ਤੈਨੂੰ ਆਵਾਜ਼ਾਂ ਦੇ ਰਿਹਾ, ਕਰ ਕਿਰਪਾ, ਦਿਆਲ ਹੋ ਕੇ ਕਿਰਪਾਲ ਹੋ ਕੇ ਮੇਰੀ ਝੋਲੀ ਦੇ ਵਿੱਚ ਦਰਸ਼ਨਾਂ ਦੀ ਖੈਰ ਪਾ। ਜਦੋਂ ਗੁਰੂ ਕੋਲ ਆਉਨੇ ਆ ਨਾ, ਮੁੱਖ ਦਰਵਾਜ਼ੇ ਤੇ ਆਉਨੇ ਆ, ਪਹਿਲਾਂ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਤੈਨੂੰ ਦੇਖਣ ਆਏ ਆ, ਦੇਖਣਾ ਚਾਹੁੰਦੇ ਆ ਤੈਨੂੰ, ਆਪਣੇ ਦਰਸ਼ਨਾਂ ਦੀ ਖੈਰ ਪਾ। ਤੇ ਜਦੋਂ ਜਾਣਾ ਆਗਿਆ ਲੈ ਕੇ ਮੱਥਾ ਟੇਕ ਕੇ ਅੰਦਰੋਂ ਅਰਦਾਸ ਕਰਕੇ ਥਾਪੜਾ ਲੈ ਕੇ ਜਾਣਾ ਹੈ। ਧਿਆਨ ਦੇਣਾ ਗੁਰਮੁਖੋ। ਭਾਈ ਸਾਹਿਬ ਹੋਰਾਂ ਨੇ ਅੱਜ ਜਿਹੜੇ ਸ਼ਬਦ ਦੀ ਵਿਚਾਰ ਆਰੰਭ ਕੀਤੀ ਹੈ ਨਾ, ਅੱਗੇ ਜਾ ਕੇ ਇਹਦੇ ਵਿੱਚ ਪੰਕਤੀ ਆਉਣੀ ਹੈ। ਕੱਲ ਦੇ ਸਮਾਗਮ ਵਿੱਚ ਭਾਈ ਸਾਹਿਬ ਹੋਰੀ ਆਪ ਜੀ ਨਾਲੋਂ ਸਾਂਝੀ ਕਰਨਗੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ। ਬਾਬਾ ਲਹਿਣਾ ਜੀ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਜਦੋਂ ਆਗਿਆ ਲੈ ਕੇ ਤੁਰਨ ਲੱਗੇ ਤੇ ਕਹਿਣ ਲੱਗੇ, ਮਹਾਰਾਜ ਜੀ ਭੇਜਣ ਤੇ ਲੱਗੇ ਹੋ, ਆਪ ਜੀ ਕਿਰਪਾ ਕਰਕੇ ਇਹ ਵੀ ਦੱਸ ਦਿਓ ਵਾਪਸ ਕਦੋਂ ਆਵਾਂ। ਅਸਲ ਵਿੱਚ ਅੱਖਰ ਇਹ ਨੇ, ਪਰ ਹਿਰਦੇ ਵਿੱਚੋਂ ਆਵਾਜ਼ ਆ ਰਹੀ ਹੈ, ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਰਹਾਂਗਾ ਕਿਵੇਂ, ਤੇਰੇ ਤੋਂ ਬਿਨਾਂ ਕਿਵੇਂ ਰਹਾਂਗਾ। ਪੰਕਤੀ ਆਉਣੀ ਨਾ ਅੱਗੇ, ਤੁਧ ਬਾਜ ਪਿਆਰੇ ਕੇਵ ਰਹਾ। ਮੇਰੇ ਮਾਲਕਾ ਤੂੰ ਮੈਨੂੰ ਆਪਣੇ ਤੋਂ ਦੂਰ ਭੇਜਣ ਦੀ ਗੱਲ ਕਰਦਾ ਹੈ, ਕਿਰਪਾ ਕਰਕੇ ਇਹ ਤੇ ਦੱਸ ਕਿ ਤੇਰੇ ਤੋਂ ਬਿਨਾਂ ਮੈਂ ਰਹਿ ਕਿਵੇਂ ਸਕਾਂਗਾ। ਇਹ ਸਿੱਖ ਦਾ ਜੀਵਨ ਹੈ ਗੁਰਮੁਖੋ। ਸਿੱਖ ਦਾ ਨਹੀਂ ਸਰਦਾ ਗੁਰੂ ਤੋਂ ਦੂਰ ਹੋ ਕੇ। ਸਿੱਖ ਦੇ ਜੀਵਨ ਦੀ ਵਿਆਖਿਆ ਕਰਦਿਆਂ ਹੋਇਆਂ ਤੇ ਬਾਣੀ ਨੇ ਇਹ ਅਵਸਥਾ ਸਾਹਮਣੇ ਪ੍ਰਗਟ ਕਰ ਦਿੱਤੀ, ਜਿਉ ਮਛਲੀ ਬਿਨ ਪਾਣੀਆਂ ਕਿਉ ਜੀਵਨ ਭਾਵੈ, ਬੂੰਦ ਵਿਹੋਣਾ ਚਾਤਰਿਕੋ ਕਿਉ ਕਰ ਤ੍ਰਿਪਤਾਵੈ, ਨਾਦ ਕੁਰੰਕ ਹੈ ਵਿਦਿਆ ਸਨਮੁਖ ਉਠ ਧਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਕੀ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਉਦਾਹਰਨਾਂ ਦੇ ਕੇ ਉਸ ਰਿਸ਼ਤੇ ਦੀ ਗੱਲ ਕੀਤੀ ਹੈ। ਸਾਰੇ ਪੜ੍ਹਿਓ ਪਿਆਰ ਨਾਲ, ਭੈਣਾਂ ਨੂੰ ਸਾਰੇ ਵੀਰਾਂ ਨੂੰ ਬੇਨਤੀ, ਤੀਜੇ ਹਿੱਸੇ ਵਿੱਚ ਬੋਲਿਆ ਕਰੋ ਸਾਰੇ। ਜਿਵੇਂ ਮੱਛੀ ਨਾ ਨੀਰ ਬਿਨਾ ਬਚਦੀ, ਸਿੱਖ ਨਹੀਂ ਬਚਦਾ ਗੁਰਾਂ ਤੋਂ ਬਿਨਾ, ਤਿਉ ਸਾਖਤ ਮਰੈ ਪਿਆਸ, ਤਿਉ ਹਰ ਬਿਨ ਮਰੀਐ ਰੇ ਮਨਾ, ਜੋ ਬਿਰਥਾ ਜਾਵੇ ਸਾਸ। ਇਹ ਰਿਸ਼ਤਾ ਬਣ ਗਿਆ ਨਾ। ਤੁਧ ਬਾਜ ਪਿਆਰੇ ਕੇਵ ਰਹਾ, ਤੇਰੇ ਤੋਂ ਬਿਨਾ ਰਹਾਂਗਾ ਕਿਵੇਂ। ਇਸ ਕਰਕੇ ਮੇਰੇ ਤੇ ਕਿਰਪਾ ਕਰਦੇ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਬੋਲੋ ਵਾਹਿਗੁਰੂ ਵਾਹਿਗੁਰੂ। ਮੇਰੇ ਮਾਲਕਾ ਮੇਰੇ ਤੇ ਐਸੀ ਬਖਸ਼ਿਸ਼ ਕਰਦੇ, ਐਸੀ ਕਿਰਪਾ ਕਰਦੇ, ਮੈਂ ਤੇਰੀ ਯਾਦ ਵਿੱਚ ਜੀਣ ਲੱਗ ਪਵਾਂ, ਤੇਰੀ ਸਿਮਰਤੀ ਵਿੱਚ, ਤੇਰੇ ਧਿਆਨ ਵਿੱਚ, ਤੇਰੇ ਪਿਆਰ ਵਿੱਚ ਚਲਾ ਜਾਵਾਂ, ਜਿੱਥੇ ਜਾ ਕੇ ਕਦੇ ਵੀ ਵਿਛੋੜਾ ਨਹੀਂ ਹੁੰਦਾ, ਸਦੀਵੀ ਮਿਲਾਪ ਮੈਨੂੰ ਪ੍ਰਾਪਤ ਹੋ ਜਾਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਲੈਣਿਆ
ਤੂੰ ਜਾ ਤੇ ਸਹੀ, ਜਦੋਂ ਜੀ ਕਰੇਗਾ ਉਦੋਂ ਆ ਜਾਈਂ। ਬੜੀ ਰਮਜ ਦੀ ਬਾਤ ਕਹਿਤੀ ਗੁਰੂ ਪਾਤਸ਼ਾਹ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਤੇਰਾ ਜੀ ਕਰੇਗਾ ਉਦੋਂ ਆ ਜਾਈਂ। ਭਾਈ ਸਾਹਿਬ ਜੀ ਕਹਿ ਰਹੇ ਸੀ, ਗੁਰਮੁਖੋ ਸਿੱਖੀ ਉਹਨਾਂ ਵਾਸਤੇ ਹੈ ਜਿਨ੍ਹਾਂ ਦਾ ਜੀ ਕਰਦਾ ਹੈ। ਬੋਲੋ ਵਾਹਿਗੁਰੂ ਵਾਹਿਗੁਰੂ। ਸਿੱਖੀ ਸਾਰਿਆਂ ਵਾਸਤੇ ਥੋੜੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਥੋੜੀ ਆਖਿਆ ਕਿ ਮੇਰੇ ਕੋਲ ਆ ਜਾਓ। ਕਿਹਨਾਂ ਨੂੰ ਆਖਿਆ, ਕਦੇ ਵਿਚਾਰ ਕੀਤੀ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਨਹੀਂ ਆਖਿਆ ਕਿ ਦੁਨੀਆ ਦੇ ਲੋਕੋ ਮੇਰੇ ਕੋਲ ਆਵੋ। ਮਹਾਰਾਜ ਜੀ ਨੇ ਤੇ ਉਹਨਾਂ ਨੂੰ ਆਵਾਜ਼ ਮਾਰੀ, ਆਖਿਆ ਜੋ ਤੋ ਪ੍ਰੇਮ ਖੇਲਣ ਕਾ ਚਾਉ। ਜੇ ਤੁਹਾਡੇ ਮਨ 'ਚ ਚਾਹ ਹੈ, ਜੇ ਤੁਹਾਡਾ ਮਨ ਲੋਚਦਾ ਹੈ, ਤੁਹਾਡੇ ਜੀ ਦੇ ਅੰਦਰ ਤੜਫ ਹੈ ਪ੍ਰਮਾਤਮਾ ਦੇ ਮਿਲਾਪ ਦੀ, ਤੁਸੀਂ ਆ ਜਾਓ ਮੇਰੇ ਕੋਲ। ਇੱਥੇ ਭੀੜਾਂ ਦੀ ਲੋੜ ਥੋੜੀ ਗੁਰਮੁਖੋ। ਸਾਡੇ ਸਿੱਖੀ ਨੂੰ ਮਾਪਣ ਦੇ ਪੈਰਾਮੀਟਰ ਕਿੰਨੇ ਗਲਤ ਹੋ ਗਏ ਨੇ। ਆਪਾਂ ਭੀੜਾਂ ਦੇ ਸਿਰ ਤੇ ਸਿੱਖੀ ਨੂੰ ਮਾਪ ਰਹੇ ਹਾਂ। ਨਹੀਂ, ਸਿੱਖੀ ਤੇ ਮਰ ਜੀਵੜਿਆਂ ਦੀ ਹੈ, ਸਿੱਖੀ ਮੁਰੀਦਾਂ ਦੀ ਹੈ, ਸਿੱਖੀ ਸ਼ਹੀਦਾਂ ਦੀ ਹੈ। ਇਸ ਕਰਕੇ ਇਸ ਮਾਰਗ ਤੇ ਚੱਲਣ ਵਾਲਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦੇ ਕੇ ਆਖਿਆ। ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਗੁਰਮੁਖੋ, ਉਹ ਦ੍ਰਿਸ਼ ਸਾਹਮਣੇ ਲਿਆਇਓ। ਇੱਕ ਵਾਰੀ ਸਾਰੇ ਮਿਲ ਕੇ ਪੜ੍ਹੀਏ ਜੀ। ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰਿਆ, ਪਿਆਰਿਆ ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ ਕੇ ਤਲੀ ਤੇ ਆ ਜਾ, ਲੰਘਣਾ ਦੇ ਪ੍ਰੇਮ ਦੀ ਗਲੀ। ਪਿਆਰਿਆ, ਪਿਆਰਿਆ ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਧਰ ਕੇ ਲੰਘਣਾ ਜੇ ਪ੍ਰੇਮ ਦੀ ਗਲੀ। ਪਿਆਰਿਆ, ਪਿਆਰਿਆ ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਧਰ ਕੇ ਤਲੀ ਤੇ ਆ ਜਾ, 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 ਲੰਘਣਾ ਜੇ ਪ੍ਰੇਮ ਦੀ ਗਲੀ। ਪਿਆਰਿਆ, ਪਿਆਰਿਆ ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ। ਪਿਆਰਿਆ, ਪਿਆਰਿਆ ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਧਰ ਕੇ ਲੰਘਣਾ ਜੇ ਪ੍ਰੇਮ ਦੀ ਗਲੀ। ਪਿਆਰਿਆ, ਪਿਆਰਿਆ ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਧਰ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੇ ਤੇਰੇ ਮਨ 'ਚ ਚਾਹ ਹੈ ਨਾ, ਫਿਰ ਆ ਜਾ ਮੇਰੇ ਕੋਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲੈਣਿਆ ਜਦੋਂ ਜੀ ਕਰੇਗਾ ਉਦੋਂ ਹੀ ਆ ਜੀ। ਸਾਨੂੰ ਵੀ ਆਨੰਦ ਉਸ ਦਿਨ ਆਉਣਾ ਜਦੋਂ ਸਾਡਾ ਜੀ ਕਰੇਗਾ ਗੁਰੂ ਨੂੰ ਦੇਖਣ ਨੂੰ। ਅਜੇ ਤੇ ਆਪਾਂ ਸੱਦੇ ਭੇਜ ਕੇ ਬੁਲਾ ਕੇ ਗੁਰਮੁਖਾਂ ਦੀ ਪ੍ਰੇਰਣਾ ਦੇ ਸਦਕਾ ਆਏ ਆ ਨਾ ਗੁਰਮੁਖੋ।
ਜਿਸ ਦਿਨ ਸਾਡੇ ਮਨ ਵਿੱਚ ਲੋਚਾ ਪੈਦਾ ਹੋ ਗਈ, ਤੜਫ ਪੈਦਾ ਹੋ ਗਈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇਹ ਅਵਸਥਾ ਬਣ ਗਈ। ਮੱਥਾ ਟੇਕ ਕੇ ਨਮਸਕਾਰ ਕਰਕੇ ਗਏ। ਹੁਣ ਕਰਤਾਰਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਜਿਹੜਾ ਆਨੰਦ ਹੈ ਗੁਰਮਖੋ, ਉਹ ਛੱਡਣ ਨੂੰ ਜੀ ਨਹੀਂ ਕਰਦਾ। ਆਨੰਦ ਸਾਨੂੰ ਆਇਆ ਹੀ ਕਿੱਥੇ ਆ ਗੁਰਮਖੋ? ਅਜੇ ਤੱਕ ਆਪਾਂ ਆਨੰਦ ਦੀਆਂ ਗੱਲਾਂ ਕੀਤੀਆਂ ਨੇ, ਆਨੰਦ ਦੀਆਂ ਕਹਾਣੀਆਂ ਪਾਈਆਂ ਨੇ, ਅਜੇ ਆਨੰਦ ਕੋ ਨਹੀਂ ਆਇਆ ਸਾਨੂੰ। ਜਦੋਂ ਸਾਨੂੰ ਵੀ ਆਨੰਦ ਆ ਗਿਆ ਨਾ ਗੁਰਮਖੋ, ਫਿਰ ਛੱਡਿਆ ਨਹੀਂ ਜਾਣਾ। ਜਦੋਂ ਗੁਰੂ ਨੇ ਦਿਖਾ ਦਿੱਤਾ ਨਾ ਉਹ ਆਨੰਦ ਦਾ ਦੇਸ਼, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰ ਤੇ ਜਾਣਿਆ, ਜਦੋਂ ਜਾਣ ਲਿਆ ਉਸ ਆਨੰਦ ਨੂੰ ਫਿਰ ਨਹੀਂ ਛੱਡਿਆ ਜਾਣਾ। ਕਰਤਾਰਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚੋਂ ਤੁਰਦੇ ਤੁਰਦੇ ਜਦੋਂ ਥੋੜਾ ਜਿਹਾ ਦੂਰ ਗਏ ਨਾ, ਆਪਣੇ ਅੰਦਰੋਂ ਆਵਾਜ਼ ਆਈ, ਲੈਣਿਆ ਤੇਰਾ ਸਰੀਰ ਤੇ ਅੱਗੇ ਵੱਧ ਰਿਹਾ, ਤੇਰਾ ਮਨ ਪਿੱਛੇ ਨੂੰ ਲਈ ਜਾਂਦਾ ਤੈਨੂੰ। ਬੋਲੋ ਵਾਹਿਗੁਰੂ ਵਾਹਿਗੁਰੂ। ਤੇਰਾ ਸਰੀਰ ਘਰ ਨੂੰ ਜਾ ਰਿਹਾ ਹੈ, ਤੇਰਾ ਮਨ ਗੁਰੂ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਵੱਡਾ ਫਰਕ ਪੈ ਗਿਆ ਗੁਰਮਖੋ। ਅੱਜ ਸਾਡਾ ਮਨ ਗੁਰੂ ਤੋਂ ਦੂਰ ਸਾਨੂੰ ਲੈ ਕੇ ਜਾ ਰਿਹਾ ਹੈ, ਤਨ ਕਰਕੇ ਆਪਾਂ ਰੋਜ਼ ਗੁਰਦੁਆਰੇ ਜਾਂਦੇ ਹਾਂ। ਲੈਣਿਆ ਤੇਰਾ ਮਨ ਤੇ ਚਾਹੁੰਦਾ ਹੀ ਨਹੀਂ ਕਿ ਗੁਰੂ ਤੋਂ ਦੂਰ ਜਾਵਾਂ, ਤੇਰਾ ਮਨ ਤੇ ਤੜਫ ਰਿਹਾ, ਤੇਰਾ ਮਨ ਤੇ ਵਿਲਕ ਰਿਹਾ ਕਿ ਛੇਤੀ ਵਾਪਸ ਮੁੜ ਜਾਵਾਂ। ਫਿਰ ਆਵਾਜ਼ ਆਈ, ਲੈਣਿਆ ਸਤਿਗੁਰੂ ਨੇ ਇਹੀ ਤੇ ਆਖਿਆ ਸੀ, ਜਦੋਂ ਜੀ ਕਰੇਗਾ ਉਦੋਂ ਆ ਜਾਈਂ, ਤੇਰਾ ਜੀ ਤੇ ਹੁਣੇ ਹੀ ਕਰਦਾ, ਹੁਣੇ ਵਾਪਸ ਮੁੜ ਜਾ, ਅੱਗੇ ਜਾ ਹੀ ਨਾ। ਆਪਣੇ ਜੀ ਦੀ ਆਵਾਜ਼ ਸੁਣ ਕੇ ਬਾਬਾ ਲਹਿਣਾ ਜੀ ਫੇਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ, ਸੰਗਤ ਵਿੱਚ ਬੈਠੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਲਹਿਣਾ ਤੇ ਅਜੇ ਵੀ ਚੌਂਕੜਾ ਲਾ ਕੇ ਸੰਗਤ ਵਿੱਚ ਹੀ ਬੈਠਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦੇ ਕੇ ਆਖਿਆ, ਲਹਿਣਿਆ ਤੈਨੂੰ ਭੇਜਿਆ ਸੀ, ਤੂੰ ਗਿਆ ਨਹੀਂ। ਬੇਸ਼ੱਕ ਬਾਣੀ ਦੇ ਬਚਨ ਅੱਜ ਸਾਡੇ ਸਾਹਮਣੇ ਆਏ, ਆਪਾਂ ਮੰਨਦੇ ਹਾਂ ਕਿ ਬਚਨ ਬਾਅਦ ਵਿੱਚ ਉਚਾਰਨ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਮੈਂ ਜਾਵਾਂ ਕਿੱਥੇ, ਤੇਰੇ ਤੋਂ ਬਿਨਾ ਮੇਰਾ ਹੈ ਹੀ ਕੋਈ ਨਹੀਂ। ਪਰ ਇਹ ਬਚਨ ਇੱਕਦਮ ਨਹੀਂ ਸਾਹਮਣੇ ਆ ਗਏ ਗੁਰਮੁਖੋ, ਇਹ ਬਚਨ ਪਹਿਲਾਂ ਅੰਦਰ ਉਤਰੇ ਨੇ। ਅੰਦਰ ਧੁਰੋਂ ਬਾਣੀ ਪਹਿਲਾਂ ਅੰਦਰ ਆਈ ਹੈ, ਅੰਦਰ ਦੀ ਅਵਸਥਾ ਬਣੀ। ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ। ਜਾਂ ਲੱਗ ਚਿਤ ਨਾ ਆਵਈ ਮੇਰੇ ਮਾਲਕਾ, ਮੈਂ ਜਾਵਾਂ ਕਿੱਥੇ, ਤੇਰੇ ਤੋਂ ਬਿਨਾ ਮੇਰਾ ਜੀ ਨਹੀਂ ਲੱਗਦਾ, ਕਿਉਂਕਿ ਤੂੰ ਹੀ ਮੇਰਾ ਹੈ। ਤੇਰੇ ਨਾਲ ਮੇਰਾ ਇਦਾਂ ਦਾ ਰਿਸ਼ਤਾ ਬਣ ਗਿਆ। ਇੱਕ ਵਾਰੀ ਸਾਰੇ ਪੜ੍ਹ ਲਿਓ ਪਿਆਰ ਦੇ ਨਾਲ। ਕਿਸੇ ਦਾ ਕੋਈ ਤੇ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕਿਸੇ ਦਾ ਕੋਈ ਤੇ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਤੇਰਾ ਕੋਈ ਏ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕਿਸੇ ਦਾ ਕੋਈ ਏ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕਿਸੇ ਦਾ ਕੋਈ ਤੇ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕਿਸੇ ਦਾ ਕੋਈ ਤੇ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕਿਸੇ ਦਾ ਕੋਈ ਤੇ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕਿਸੇ ਦਾ ਕੋਈ ਤੇ ਕਿਸੇ ਦਾ ਕੋਈ,
ਮੇਰੇ ਪਿਆਰੇ ਪ੍ਰੀਤਮ ਜੀ, ਆਪ ਤੋਂ ਬਗੈਰ ਮੇਰਾ ਹੈ ਹੀ ਕੋਈ ਨਹੀਂ, ਮੈਂ ਜਾਵਾਂ ਕਿੱਥੇ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹੰਜਾ ਆਸਰਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੱਚਮੁੱਚ ਬਾਬਾ ਲਹਿਣਾ ਜੀ ਦੇ ਅੰਦਰ ਆਪਣਾ ਘਰ ਬਣਾਉਣਾ ਸ਼ੁਰੂ ਕਰਤਾ। ਇਸ ਅਵਸਥਾ ਨੂੰ ਦੇਖ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਘਰ ਇੱਕ ਦਿਨ 'ਚ ਥੋੜੀ ਬਣਦਾ ਗੁਰਮੁਖੋ, ਹੌਲੀ ਹੌਲੀ ਬਣਦਾ। ਆਪਾਂ ਵੀ ਥੋੜਾ ਥੋੜਾ ਥਾਂ ਦੇਣਾ ਸ਼ੁਰੂ ਕਰ ਦਿਓ ਗੁਰੂ ਨੂੰ। ਸੱਚੇ ਪਾਤਸ਼ਾਹ ਕਰ ਕਿਰਪਾ ਕਰ ਬਖਸ਼ਿਸ਼, ਸਾਡੇ ਅੰਦਰ ਵੀ ਆਪਣੇ ਕਦਮ ਧਰ, ਸਾਡੇ ਹਿਰਦੇ ਵਿੱਚ ਵੀ ਆਪਣੇ ਚਰਨ ਪਾ। ਐਸਾ ਪਿਆਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ। ਸਮਾਂ 10 ਮਿੰਟ ਰਹਿ ਗਿਆ ਗੁਰਮੁਖੋ, ਅਰਦਾਸ ਵਿੱਚ ਹਾਜ਼ਰੀ ਲਵਾ ਕੇ ਜਾਏਗਾ। ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰੂ ਦੇ ਕੋਲ ਆਉਣ ਵਾਲਿਆ ਭਿਖਾਰੀ ਤੋਂ ਸਿੱਖ ਲੈ ਕਿਵੇਂ ਆਈਦਾ। ਸਤਿਗੁਰੂ ਕੋਲ ਬੈਠਣ ਵਾਲਿਆ ਕੁੱਕਰ ਤੋਂ ਸਿੱਖ, ਕੁੱਤੇ ਤੋਂ ਸਿੱਖ, ਗੁਰੂ ਕੋਲ ਬੈਠਣਾ ਕਿਵੇਂ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹਿ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਤੇ ਤੀਜੀ ਅਵਸਥਾ ਕੀ ਹੈ? ਬੈਠਣ ਨਾਲ ਗੱਲ ਬਣ ਜੂ, ਕੇਵਲ ਬੈਠ ਕੇ ਸਰ ਜੂ? ਧਿਆਨ ਦੇਣਾ, ਗੁਰੂ ਦੇ ਕੋਲ ਕੇਵਲ ਬੈਠਣਾ ਤੇ ਉੱਠਣਾ ਹੀ ਨਹੀਂ, ਆਉਣਾ ਤੇ ਜਾਣਾ ਹੀ ਨਹੀਂ, ਗੁਰੂ ਦੇ ਕੋਲ ਰਹਿਣਾ ਹੈ, ਗੁਰੂ ਦੇ ਨਾਲ ਰਹਿਣਾ ਸਿੱਖ ਨੇ। ਧਿਆਨ ਦੇਣਾ, ਗੁਰੂ ਤੋਂ ਅਲੱਗ ਨਹੀਂ ਰਹਿਣਾ, ਗੁਰੂ ਤੋਂ ਦੂਰ ਨਹੀਂ ਰਹਿਣਾ। ਕਿੰਨੇ ਵਚਨ ਹਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ, ਜਿੱਥੇ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਇਹ ਮੰਗਿਆ ਗਿਆ, ਸੱਚੇ ਪਾਤਸ਼ਾਹ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਹਾਂ, ਤੂੰ ਮੈਨੂੰ ਆਪਣੇ ਕੋਲ ਕਿਉਂ ਨਹੀਂ ਰੱਖਦਾ। ਬੋਲੋ ਵਾਹਿਗੁਰੂ ਵਾਹਿਗੁਰੂ। ਇੱਕ ਵਾਰੀ ਸਾਰੇ ਕਰੀਏ ਅਰਦਾਸ ਮਿਲ ਕੇ, ਸਾਰੇ ਬੋਲਿਓ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸਰਣ ਤੇਰੇ ਦਰਬਾਰ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸਰਣ ਤੇਰੇ ਦਰਬਾਰ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ। ਰਾਖੋ ਰਾਖੋ ਕਿਰਪਾ ਧਾਰ, ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ। ਤੇਰੀ ਸ਼ਰਨ ਤੇਰੇ ਦਰਬਾਰ, ਤੇਰੀ ਸ਼ਰਨ ਤੇਰੇ ਦਰਬਾਰ। ਤੇਰੀ ਸ਼ਰਨ ਤੇਰੇ ਦਰਬਾਰ, ਤੇਰੀ ਸ਼ਰਨ ਤੇਰੇ ਦਰਬਾਰ। ਸ਼ਰਨ ਤੇਰੇ ਦਰਬਾਰ। ਰਾਖੋ ਰਾਖੋ ਕਿਰਪਾ ਧਾਰ, ਤੇਰੀ 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 ਸ਼ਰਨ ਤੇਰੇ ਦਰਬਾਰ। ਰਾਖੋ ਰਾਖੋ ਤੇਰੀ ਸ਼ਰਨ ਤੇਰੇ ਦਰਬਾਰ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ।
ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਮੈਂ ਤੇਰੇ ਕੋਲ ਰਹਿਣਾ ਚਾਹੁੰਦਾ। ਆਪਾਂ ਰਹਿਣਾ ਚਾਹੁੰਦੇ ਹਾਂ ਗੁਰੂ ਕੋਲ? ਆਪਾਂ ਕਦੇ ਗੁਰੂ ਨੂੰ ਆਖਿਆ ਸੱਚੇ ਪਾਤਸ਼ਾਹ ਜਾਂ ਸਾਨੂੰ ਰੱਖ ਲੈ ਤੇ ਜਾਂ ਸਾਡੇ ਨਾਲ ਚੱਲ? ਬੋਲੋ ਵਾਹਿਗੁਰੂ। ਵਾਹਿਗੁਰੂ। ਗੁਰੂ ਨਾਲ ਜਾਂਦਾ ਗੁਰਮੁਖੋ। ਗੁਰੂ ਕਿਰਪਾ ਕਰ ਦੇਵੇ ਆਪਾਂ ਆਉਣ ਲੱਗਿਆਂ ਇਕੱਲੇ ਆਈਏ, ਜਾਣ ਲੱਗਿਆਂ ਗੁਰੂ ਸਾਡੇ ਨਾਲ ਜਾਏ। ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ, ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ, ਗੁਰੂ ਦਾ ਬਚਨ ਸਾਡੇ ਨਾਲ, ਸਾਡੇ ਹਿਰਦੇ ਵਿੱਚ ਬੈਠ ਕੇ ਸਾਡੇ ਘਰ ਤੱਕ ਜਾਏ, ਸਾਡੇ ਕਰਮਾਂ ਤੱਕ ਜਾਏ, ਸਾਡੇ ਜੀਵਨ ਵਿੱਚ ਰਚ ਜਾਏ। ਇਹ ਅਵਸਥਾ ਮੰਗਣੀ, ਧਿਆਨ ਦੇਣਾ। ਤੀਜੀ ਜਿਹੜੀ ਅਵਸਥਾ ਹੈ ਨਾ ਗੁਰਮੁਖੋ, ਉਹ ਹੈ ਗੁਰੂ ਕੋਲ ਰਹਿਣਾ। ਤੇ ਰਹਿਣਾ ਕਿਵੇਂ ਆ? ਭਾਈ ਗੁਰਦਾਸ ਜੀ ਨੇ ਜੁੱਤੀ ਦੀ ਉਦਾਹਰਨ ਦਿੱਤੀ। ਭਾਈ ਸਾਹਿਬ ਜੀ ਕਹਿੰਦੇ, ਪਾਇਨ ਕੀ ਪਨਹੀ ਰਹਿਤ ਪਰ ਹਰੀ ਪਰੀ, ਤਾਹੂ ਕਾਹੂ ਕਾਜ ਉਠ ਚਰਤ ਸੰਭਾਰ ਹੈ। ਪੈਰਾਂ ਦੀ ਜੁੱਤੀ ਨੂੰ ਬੜੇ ਸ਼ੌਂਕ ਨਾਲ ਖਰੀਦਿਆ, ਪੈਰਾਂ 'ਚ ਪਾ ਕੇ ਬੜੀ ਲੰਬੀ ਯਾਤਰਾ ਕੀਤੀ, ਪਰ ਜਦੋਂ ਖਾਸ ਥਾਂ ਤੇ ਗਿਆ ਨਾ, ਖਾਸ ਥਾਂ ਤੇ ਬਾਹਰ ਲਾ ਕੇ ਚਲਾ ਗਿਆ। ਜੁੱਤੀ ਨੇ ਮਨ 'ਚ ਰੋਸ ਨਹੀਂ ਕੀਤਾ, ਮੇਰਾ ਮਾਲਕ ਮੈਨੂੰ ਲਾ ਕੇ ਚਲਾ ਗਿਆ। ਜੁੱਤੀ ਨੂੰ ਭਰੋਸਾ ਹੈ ਕਿ ਜਦੋਂ ਫੇਰ ਆਏਗਾ, ਆ ਕੇ ਸਭ ਤੋਂ ਪਹਿਲਾਂ ਮੈਨੂੰ ਸਾਂਭੇਗਾ, ਲੱਭੇਗਾ ਕਿ ਮੇਰੀ ਜੁੱਤੀ ਕਿੱਥੇ ਹੈ। ਇਦਾਂ ਦੀ ਭਾਵਨਾ ਨਾਲ ਗੁਰੂ ਕੋਲ ਰਹਿ, ਧਿਆਨ ਦੇਣਾ। ਹੁਣ ਚੌਥੀ ਜਿਹੜੀ ਅਵਸਥਾ ਹੈ ਨਾ ਗੁਰਮੁਖੋ, ਗੁਰੂ ਕੋਲ ਰਹਿ ਕੇ ਬਣਨਾ ਕੀ ਹੈ? ਇਹ ਵੱਡਾ ਸਵਾਲ ਹੈ। ਗੁਰੂ ਕੋਲ ਰਹਿ ਕੇ ਕੀ ਬਣਨਾ ਹੈ? ਗੁਰੂ ਦੀ ਮੱਤ ਲੈ ਕੇ, ਗੁਰੂ ਦਾ ਉਪਦੇਸ਼ ਕਮਾ ਕੇ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਬਣਨਾ ਕੀ ਹੈ? ਗਿਆਨੀ ਬਣਨਾ ਹੈ, ਧਿਆਨ ਦੇਣਾ। ਜਾਂ ਗੁਰੂ ਕੋਲ ਰਹਿ ਕੇ ਪ੍ਰਚਾਰਕ ਬਣਨਾ ਹੈ, ਜਾਂ ਗੁਰੂ ਕੋਲ ਰਹਿ ਕੇ ਪ੍ਰਧਾਨ ਬਣਨਾ ਹੈ, ਜਾਂ ਗੁਰੂ ਕੋਲ ਰਹਿ ਕੇ ਕਿਸੇ ਪਦਵੀ ਦਾ ਮਾਲਕ ਬਣਨਾ ਹੈ? ਨਹੀਂ, ਗੁਰੂ ਕੋਲ ਰਹਿ ਕੇ ਕੀ ਬਣਨਾ ਹੈ? ਭਾਈ ਗੁਰਦਾਸ ਜੀ ਕਹਿੰਦੇ, ਛਾੜ ਹੰਕਾਰ ਛਾਰ ਹੋਏ ਗੁਰਮਾਰਗ ਮੈਂ। ਗੁਰੂ ਦੇ ਕੋਲ ਰਹਿਣ ਵਾਲਿਆ, ਕੁਝ ਨਾ ਬਣ, ਚਰਨ ਧੂੜ ਬਣ ਜਾ, ਛਾਰ ਬਣ ਜਾ, ਗੁਰੂ ਦੇ ਜੋੜਿਆਂ ਦੀ ਧੂੜ ਬਣ ਜਾ, ਸੰਗਤ ਦੇ ਚਰਨਾਂ ਦੀ ਖਾਕ ਬਣ ਜਾ। ਛਾੜ ਹੰਕਾਰ ਛਾਰ ਹੋਏ ਗੁਰਮਾਰਗ ਮੈਂ, ਕਬਹੂ ਕੈ ਦਇਆ ਕੈ ਦਇਆਲ ਪਗ ਧਾਰ ਹੈ। ਉਹ ਗੁਰੂ ਕੇ ਸਿੱਖਾਂ ਤੋਂ ਕੀ ਬਣਦਾ ਫਿਰਦਾ ਹੈ? ਛੱਡ ਦੇ ਸਾਰਾ ਕੁਝ, ਧੂੜ ਬਣ ਜਾ, ਰੇਣ ਬਣ ਜਾ। ਇੱਕ ਦਿਨ ਗੁਰੂ ਤੇਰੇ ਤੇ ਪ੍ਰਸੰਨ ਹੋ ਕੇ, ਖੁਸ਼ ਹੋ ਕੇ, ਕਿਰਪਾ ਦੇ ਘਰ ਵਿੱਚ ਆ ਕੇ ਤੇਰੇ ਹਿਰਦੇ ਵਿੱਚ ਇਦਾਂ ਦੇ ਚਰਨ ਟਿਕਾਏਗਾ, ਮੁੜ ਕੇ ਤੈਨੂੰ ਛੱਡੇਗਾ ਨਹੀਂ, ਤੇਰੇ ਅੰਦਰ ਹੀ ਵਸ ਜਾਏਗਾ। ਧਿਆਨ ਦੇਣਾ। ਆਪਾਂ ਸਾਰੇ ਸਤਿਗੁਰੂ ਦੇ ਬਚਨ ਵੀ ਪੜ੍ਹਦੇ ਆ ਨਾ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਦੇਖੋ ਆਵਾਜ਼ ਕਿਵੇਂ ਦਿੱਤੀ ਹੈ, ਬੜੇ ਪਿਆਰ ਨਾਲ ਸਮਝਿਆ ਜੀ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਮੇਰੇ ਮਾਲਕਾ ਤੇਰੀ ਆਸ ਹੈ, ਮੈਂ ਤੇਰੀ ਸ਼ਰਨ ਆਇਆ, ਤੂੰ ਮੇਰਾ ਸੱਜਣ ਹੈ, ਸੁਖ ਦੇਣ ਵਾਲਾ ਹੈ। ਤੇ ਅੱਗੋਂ ਦੀ ਆਵਾਜ਼ ਦੇ ਕੇ ਸੱਜਣ ਜੀ ਨੇ ਪੁੱਛ ਲਿਆ, ਚਾਹੁੰਦਾ ਕੀ ਹੈ? ਮੇਰੀ ਤਾਰੀਫ ਵਿੱਚ ਬੋਲਣ ਵਾਲਿਆ, ਤੂੰ ਮੇਰੇ ਤੋਂ ਕੀ ਆਸ ਲਾਈ ਹੈ? ਮੇਰੇ ਤੋਂ ਚਾਹੁੰਦਾ ਕੀ ਹੈ? ਤੇ ਮਹਾਰਾਜ ਸਾਹਿਬ ਜੀ ਨੇ ਅਗਲੀ ਪੰਕਤੀ ਵਿੱਚ ਆਪਣੀ ਚਾਹਤ ਦਾ ਇਜ਼ਹਾਰ ਕੀਤਾ। ਕੀ ਕਹਿਣ ਲੱਗੇ? ਰੱਖੋ ਰਾਖਨਹਾਰ ਦਇਆਲਾ, ਮੇਰੇ ਮਾਲਕਾ ਤੂੰ ਮੈਨੂੰ ਆਪਣੇ ਕੋਲ ਰੱਖ ਲਾ। ਪਿਆਰਿਆ ਤੂੰ ਮੇਰੇ ਕੋਲ ਰਹਿਣਾ, ਕੀ ਬਣਾ ਕੇ ਰੱਖਾਂ ਤੈਨੂੰ?
ਤੇ ਬਚਨ ਆਇਆ, ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਮੇਰੇ ਪ੍ਰੀਤਮ ਜੀ, ਮੇਰੇ ਮਾਲਕ ਜੀ, ਮੈਨੂੰ ਆਪਣੇ ਘਰ ਦਾ ਗੁਲਾਮ, ਆਪਣੇ ਘਰ ਦਾ ਗੋਲਾ, ਆਪਣੇ ਘਰ ਦਾ ਸੇਵਕ ਬਣਾ ਕੇ ਰੱਖ ਲਵੋ। ਆਓ ਆਪਾਂ ਅਰਦਾਸ ਕਰੀਏ ਸਾਰੇ ਇੱਕ ਵਾਰੀ ਮਿਲ ਕੇ। ਸੱਚੇ ਪਾਤਸ਼ਾਹ ਸਾਨੂੰ ਆਪਣੇ ਕੋਲ ਰੱਖ, ਪਰ ਹੰਕਾਰੀ ਬਣਾ ਕੇ ਨਹੀਂ, ਸਾਡੇ ਮਨ ਦੀ ਇਹ ਅਵਸਥਾ ਬਣ ਜਾਏ। ਇੱਕ ਵਾਰੀ ਸਾਰੇ ਪੜਿਓ ਜੀ। ਸਾਨੂੰ ਆਪਣਾ ਬਣਾ ਲਵੋ ਗੋਲਾ, ਸਤਿਗੁਰੂ ਨਾਨਕ ਜੀ ਸਾਨੂੰ ਆਪਣਾ ਬਣਾ ਲਵੋ ਗੋਲਾ। ਸਤਿਗੁਰੂ ਨਾਨਕ ਜੀ ਸਾਨੂੰ ਆਪਣਾ ਬਣਾ ਲਓ ਗੋਲਾ। ਸਤਿਗੁਰੂ ਨਾਨਕ ਜੀ ਸਾਨੂੰ ਆਪਣਾ ਬਣਾ ਲਓ ਗੋਲਾ। ਸਤਿਗੁਰੂ ਨਾਨਕ ਜੀ ਸਾਨੂੰ ਆਪਣਾ ਬਣਾ ਲੋ ਗੋਲਾ। ਸਤਿਗੁਰੂ ਨਾਨਕ ਜੀ ਸਾਨੂੰ ਆਪਣਾ ਬਣਾ ਲਵੋ ਗੋਲਾ। ਆਪਣਾ ਬਣਾ ਲਵੋ ਗੋਲਾ। ਸਾਨੂੰ ਆਪਣਾ ਬਣਾਓ ਗੋਲਾ। ਸਾਨੂੰ ਆਪਣਾ ਬਣਾ ਲੋ ਗੋਲਾ। ਸਾਨੂੰ ਆਪਣਾ ਬਣਾ ਲੋ ਗੋਲਾ। ਸਾਨੂੰ ਆਪਣਾ ਬਣਾ ਲੋ ਗੋਲਾ। ਸਤਿਗੁਰੂ ਨਾਨਕ ਜੀ ਸਾਨੂੰ ਆਪਣਾ ਬਣਾ ਲੋ ਗੋਲਾ। ਸਤਿਗੁਰੂ ਨਾਨਕ ਜੀ ਸਾਨੂੰ ਆਪਣਾ ਬਣਾ ਲੋ ਗੋਲਾ। ਸਤਿਗੁਰੂ ਨਾਨਕ ਜੀ ਵਾਹਿਗੁਰੂ 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 ਵਾਹਿਗੁਰੂ। ਇੱਕ ਵਾਰੀ ਸਾਰੇ ਹਿਰਦੇ ਦੀ ਆਵਾਜ਼ ਨਾਲ ਅਰਦਾਸ ਕਰੋ, ਹਿਰਦੇ ਦੀ ਆਵਾਜ਼ ਨਾਲ। ਸਾਨੂੰ ਆਪਣਾ ਬਣਾ ਲਵੋ ਗੋਲਾ। ਸਤਿਗੁਰੂ ਨਾਨਕ ਜੀ ਸਾਨੂੰ ਆਪਣਾ ਬਣਾ ਲਵੋ ਗੋਲਾ। ਸਤਿਗੁਰੂ ਨਾਨਕ ਜੀ ਸਾਰੇ ਪੜੋ। ਸਾਨੂੰ ਆਪਣਾ ਬਣਾ ਲਓ ਗੋਲਾ। ਸਤਿਗੁਰੂ ਨਾਨਕ ਜੀ ਸਾਨੂੰ ਆਪਣਾ ਬਣਾ ਲਵੋ ਗੋਲਾ। ਸਤਿਗੁਰੂ ਨਾਨਕ ਜੀ ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਮਾਲਕ ਜੀ ਕਰੋ ਕਿਰਪਾ, ਕਰੋ ਬਖਸ਼ਿਸ਼, ਸਾਨੂੰ ਆਪਣੇ ਹੁਕਮ ਦਾ ਗੁਲਾਮ ਬਣਾ ਕੇ ਰੱਖੋ। ਆਪਣੀ ਮਰਿਆਦਾ ਵਿੱਚ ਰੱਖੋ, ਆਪਣੇ ਭਾਣੇ ਵਿੱਚ ਰੱਖੋ, ਆਪਣੇ ਕਲਾਵੇ ਵਿੱਚ ਰੱਖੋ।
ਆਪਣੀ ਗੋਦ ਵਿੱਚ ਰੱਖੋ। ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਹਿੰਗੇ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵਹਿੰਗੇ। ਆਓ ਇਹ ਜੋ ਰਿਸ਼ਤਾ ਬਾਬਾ ਲਹਿਣਾ ਜੀ ਦਾ ਭਾਵ ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਆਪਣੇ ਪਿਆਰੇ ਦੇ ਨਾਲ ਗੁਰੂ ਕਿਰਪਾ ਕਰੇ ਸਾਡਾ ਤੇ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰਿਸ਼ਤਾ ਹੈ, ਉਸ ਰਿਸ਼ਤੇ ਦੇ ਵਿੱਚ ਵੀ ਇਹ ਰੰਗ ਪ੍ਰਗਟ ਹੋਣ, ਇਹ ਪਿਆਰ ਉਮੜ ਕੇ ਸਾਹਮਣੇ ਆਏ। ਪਿਆਰੇ ਦੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਸਾਡੇ ਅੰਦਰ ਵੀ ਬੇਬਲਤਾ ਉੱਠੇ, ਸਾਡੇ ਅੰਦਰ ਵੀ ਬਰਾਗ ਆਵੇ, ਸਾਡੇ ਅੰਦਰ ਵੀ ਸੇਵਾ ਦੀ ਭਾਵਨਾ ਆਵੇ, ਸਾਡੇ ਅੰਦਰ ਵੀ ਸਿੱਖੀ ਦੇ ਜਜ਼ਬਿਆਂ ਦਾ ਸੰਚਾਰ ਹੋਣ ਲੱਗ ਜਾਏ। ਸੋ ਆਓ ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਮਹਾਨ ਬਖਸ਼ਿਸ਼ ਕਿਰਪਾ ਕਰਕੇ ਇਹ 5 ਦਿਨਾਂ ਦੇ ਜੋ ਗੁਰਮਤਿ ਸਮਾਗਮ ਆਪ ਸਾਰੀਆਂ ਸੰਗਤਾਂ ਨੂੰ ਬਖਸ਼ਿਸ਼ ਕਰਕੇ ਨਵਾਜੇ ਨੇ। ਇਹਨਾਂ ਸਮਾਗਮਾਂ ਦਾ ਇੱਕੋ ਇੱਕ ਮਨੋਰਥ ਹੈ ਗੁਰਮੁਖੋ, ਗੁਰੂ ਦੀ ਮੱਤ ਦ੍ਰਿੜ ਹੋਵੇ, ਆਪਾਂ ਗੁਰੂ ਦੀ ਮੱਤ ਤੋਂ ਜਾਣੂ ਹੋਈਏ ਤੇ ਸਤਿਗੁਰੂ ਦੀ ਮੱਤ ਸਾਨੂੰ ਪਿਆਰੀ ਲੱਗੇ, ਗੁਰੂ ਦੇ ਬਚਨ ਸਾਨੂੰ ਭਾ ਜਾਣ, ਮਿੱਠੇ ਲੱਗਣ ਲੱਗ ਜਾਣ। ਇਸ ਕਰਕੇ ਸਾਰੇ ਪ੍ਰਬੰਧਕ ਵੀਰਾਂ ਨੇ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਯੋਕੇ ਵਾਲੇ ਅਤੇ ਨਾਲ ਹੀ ਦਾਸ ਦੇ ਵੀਰ ਜਿਨ੍ਹਾਂ ਦਾ ਮਹਾਂਪੁਰਖਾਂ ਦੇ ਨਾਲ ਸਤਿਕਾਰਯੋਗ ਬਾਬਾ ਰਣਜੋਤ ਸਿੰਘ ਹੋਰਾਂ ਦੇ ਨਾਲ ਬਹੁਤ ਸਾਲਾਂ ਤੋਂ ਦਿਲੀ ਸਨੇਹ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਮੀਤਪਾਲ ਸਿੰਘ ਜੀ ਕੈਨੇਡਾ ਤੋਂ, ਸਮੁੱਚੀ ਆਸਟ੍ਰੇਲੀਆ ਦੀ ਸੰਗਤ, ਦਮਦਮੀ ਟਕਸਾਲ ਦੇ ਵਿਦਿਆਰਥੀ ਜੋ ਹਮੇਸ਼ਾ ਹੀ ਜਥੇ ਨੂੰ ਬੜਾ ਪਿਆਰ ਤੇ ਸਤਿਕਾਰ ਦਿੰਦੇ ਨੇ, ਤਿਨਾਂ ਨੇ ਸਾਰਿਆਂ ਨੇ ਰਲ ਕੇ ਇਹ ਉਦਮ ਉਪਰਾਲਾ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਰੋਸ਼ਨੀ ਘਰ ਘਰ ਤੱਕ ਪਹੁੰਚਾਈ ਜਾਏ, ਗੁਰਮਤਿ ਸਮਾਗਮਾਂ ਦੇ ਰੂਪ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਾਏ। ਸੋ ਸਾਰੇ ਗੁਰਸਿੱਖ ਵੀਰਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ, ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਬਣਤ ਬਣਾਈ। ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਅਤੇ ਸੇਵਾ ਨਸੀਬ ਹੋਈ। ਬੇਅੰਤ ਹੋਈਆਂ ਭੁੱਲਾਂ ਦੀ ਸਰਬੱਤ ਸੰਗਤ ਨੇ ਖਿਮਾ ਬਖਸ਼ਿਸ਼ ਕਰਨੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।